G20 ਸਮਿਟ ਦੇ ਲਈ ਭਾਰਤ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਬਾਈਡਨ ਨੇ ਕੀਤੀ ਮੁਲਾਕਾਤ। ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ। ਦਿੱਲੀ ਦੇ ਵਿੱਚ ਵਿਦੇਸ਼ੀ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਜਾਰੀ। ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਦਿੱਲੀ। ਭਾਰਤ ਦੀ ਧਰਤੀ ਤੇ ਪਹੁੰਚਦੇ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਖਾਲਿਸਤਾਨੀਆਂ ਨੂੰ ਦੋ ਟੁਕ। ਕਿਹਾ ਕੱਟੜਵਾਦ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ, ਮੈਨੂੰ ਹਿੰਦੂ ਹੋਣ ਤੇ ਹਮਾਨ। ਸੀਐਮ ਨੇ 710 ਨਵੇਂ ਪਟਵਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ। ਟ੍ਰੇਨਿੰਗ ਭੱਤਾ ਵਧਾਉਣ ਦਾ ਐਲਾਨ। 5000 ਤੋਂ ਵਧਾ ਕੇ ਮਿਲਣਗੇ 18000 ਰੁਪਏ। 586 ਪਟਵਾਰੀਆਂ ਦੀ ਨਵੀਂ ਭਰਤੀ ਦੇ ਲਈ ਜਲਦ ਜਾਰੀ ਹੋਵੇਗਾ ਇਸ਼ਤਿਹਾਰ। ਸਟ੍ਰਾਈਕ ਨੂੰ ਲੈ ਕੇ ਪਟਵਾਰੀਆਂ ਨੂੰ ਮੁੱਖ ਮੰਤਰੀ ਮਾਨ ਦੀ ਦੋ ਟੋਕ। ਬੋਲੇ ਤੁਸੀਂ ਕਲਮਾਂ ਚਲਾਉਂਦੇ ਰਹੋ, ਅਸੀਂ ਵਧਾਉਂਦੇ ਰਹਾਂਗੇ ਭੱਤਾ, ਪਰ ਕਲਮ ਛੋੜ ਹੜਤਾਲ ਕੀਤੀ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਲੁਧਿਆਣਾ ਦੇ ਡੀਸੀ ਨੇ ਪਟਵਾਰੀਆਂ ਦੀ ਹੜਤਾਲ ਦਾ ਲੱਭਿਆ ਹੱਲ। ਤਹਿਸੀਲਦਾਰ, ਏਐਸਐਮ ਤੇ ਰਜਿਸਟਰੀ ਕਲਰਕ ਦੇ ਵਿੱਚ ਵੰਡਿਆ ਪਟਵਾਰੀਆਂ ਦਾ ਕੰਮ। ਪਟਵਾਰੀਆਂ ਨੇ 10 ਤਰੀਕ ਨੂੰ ਬੁਲਾਈ ਅਗਲੀ ਮੀਟਿੰਗ। ਅੱਤਵਾਦੀ ਰਿੰਦਾ ਦੇ ਇੱਕ ਸਾਥੀ ਸਣੇ 3 ਸ਼ੂਟਰ ਗ੍ਰਿਫਤਾਰ। ਰਿੰਦਾ ਦੇ ਸਾਥੀ ਦੀ ਭਾਰਤ ਨੇਪਾਲ ਬਾਰਡਰ ਤੋਂ ਹੋਈ ਗ੍ਰਿਫਤਾਰੀ। ਏਜੀਟੀਐਫ ਤੇ ਕੇਂਦਰੀ ਏਜੰਸੀਆਂ ਦਾ ਸਾਂਝਾ ਆਪਰੇਸ਼ਨ। ਤਿੰਨਾਂ ਨੂੰ ਮੋਹਾਲੀ ਲੈ ਕੇ ਪਹੁੰਚੀ ਏਜੀਟੀਐਫ। ਇੰਡੀਆ ਗਠਜੋੜ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ। ਕਿਹਾ ਸਿਪਾਹੀ ਕਦੇ ਨਹੀਂ ਕਰਦਾ ਜਰਨੈਲ ਨੂੰ ਸਵਾਲ। ਦੇਸ਼ ਹਿੱਤ ਅਤੇ ਅਖੰਡ ਭਾਰਤ ਦੇ ਲਈ ਹੋਵੇਗਾ ਹਾਈਕਮਾਨ ਦਾ ਫੈਸਲਾ। ਰਾਜਾ ਵੜਿੰਗ ਬੋਲੇ ਹਰ ਕਿਸੇ ਦੀ ਹੋ ਸਕਦੀ ਹੈ ਆਪਣੀ ਨਿੱਜੀ ਰਾਏ। ਐਚਜੀਐਮਸੀ ਦੇ ਨਵੇਂ ਪ੍ਰਧਾਨ ਭੁਪਿੰਦਰ ਸਿੰਘ ਹਸਨ ਨੇ ਸੰਭਾਲਿਆ ਅਹੁਦਾ। ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਲਿਆ ਚਾਰਜ। ਨਵ ਨਿਯੁਕਤ ਜਨਰਲ ਸਕੱਤਰ ਰਮਨੀਕ ਸਿੰਘ ਮਾਨ ਨੇ ਵੀ ਸੰਭਾਲਿਆ ਅਹੁਦਾ। ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਮਾਤਾ ਪਰਮਿੰਦਰ ਕੌਰ ਦਾ ਦੇਹਾਂਤ। ਬਿਮਾਰੀ ਕਰਕੇ 66 ਸਾਲ ਦੀ ਉਮਰ ਦੇ ਵਿੱਚ ਲਏ ਆਖਰੀ ਸਾਹ। ਕੱਲ ਪਰਮੇਸ਼ਵਰ ਦੁਆਰ ਦੇ ਵਿੱਚ ਹੋਵੇਗਾ ਅੰਤਿਮ ਸੰਸਕਾਰ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ G20 ਸਮਿਟ ਦੇ ਜ਼ਰੀਏ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਤੇ ਲੱਗੀਆਂ ਹੋਣ, ਜਦੋਂ G20 ਸਮਿਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੁਨੀਆ ਭਰ ਦੇ ਦਿੱਗਜ ਆਗੂ ਭਾਰਤ ਪਹੁੰਚ ਰਹੇ ਹੋਣ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ G20 ਤੋਂ, ਅੱਜ ਸ਼ੁਰੂਆਤ ਅਮਰੀਕਾ ਦੇ ਰਾਸ਼ਟਰਪਤੀ ਤੋਂ, ਅੱਜ ਸ਼ੁਰੂਆਤ ਅਮਰੀਕਾ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਚਾਲੇ ਹੋਈ ਮੁਲਾਕਾਤ ਤੋਂ, ਕਿਉਂਕਿ ਇਸ ਮੁਲਾਕਾਤ ਦੇ ਨਾਲ ਪੂਰੀ ਦੁਨੀਆ ਨੂੰ ਫਰਕ ਤਾਂ ਪੈਂਦਾ ਹੈ। ਜੀ ਹਾਂ, G20 ਸਮਿਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਿੱਲੀ ਪਹੁੰਚੇ ਹੋਏ ਨੇ, ਜਿੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ। ਦਿੱਲੀ ਪਹੁੰਚਣ ਤੇ ਭਰਵਾਂ ਸਵਾਗਤ ਹੋਇਆ ਔਰ ਖਾਸ ਤੌਰ ਤੇ ਜੋ ਬਾਈਡਨ ਪਹੁੰਚੇ ਨੇ। ਜੋ ਬਾਈਡਨ ਦਿੱਲੀ ਦੇ ਪਾਲਮ 에ਅਰਪੋਰਟ ਦੇ ਉੱਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਦਾ ਕਾਫਲਾ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਤੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਿਆ। ਦਵੱਲੀ ਗੱਲਬਾਤ ਦੋਵੇਂ ਆਗੂਆਂ ਦੇ ਵਿਚਾਲੇ ਹੋਈ। ਗਰਮਜੋਸ਼ੀ ਇੱਕ ਵਾਰ ਫਿਰ ਤੋਂ ਦੋਵੇਂ ਆਗੂਆਂ ਦੇ ਵਿਚਾਲੇ, ਜੋ ਬਾਈਡਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਲੇ ਗਰਮਜੋਸ਼ੀ ਇੱਕ ਵਾਰ ਫਿਰ ਤੋਂ ਨਜ਼ਰ ਆਈ। ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕਾਂ ਦੇ ਵਿੱਚੋਂ ਅਮਰੀਕਾ ਨੂੰ ਕਿਹਾ ਜਾਂਦਾ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਜਦੋਂ ਭਾਰਤ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਸ ਤਰੀਕੇ ਨਾਲ ਮੁਲਾਕਾਤ ਕੀਤੀ ਗਈ, ਜਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਖੂਬ ਗਰਮਜੋਸ਼ੀ ਦਿਖਾਈ ਜਾ ਰਹੀ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੁਲਾਕਾਤ ਦੇ ਉੱਤੇ, ਇਸ ਹੈਂਡਸ਼ੇਕ ਦੇ ਉੱਤੇ, ਇਸ ਚੇਅਰ ਦੇ ਉੱਤੇ ਬੈਠ ਕੇ ਇੱਕ ਦੂਜੇ ਨਾਲ ਗੱਲ ਕਰਨ ਦੇ ਉੱਤੇ ਵੀ ਲੱਗੀਆਂ ਹੋਈਆਂ। ਇਸ ਦਵੱਲੀ ਗੱਲਬਾਤ ਦੇ ਜ਼ਰੀਏ ਕਈ ਅਹਿਮ ਸਮਝੌਤਿਆਂ ਦੇ ਉੱਤੇ ਗੱਲਬਾਤ ਸਿਰੇ ਚੜ੍ਹਨ ਦੀ ਉਮੀਦ ਜਤਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਦੇ ਨਾਲ ਅਮਰੀਕੀ ਰਾਸ਼ਟਰਪਤੀ ਨੇ ਮੁਲਾਕਾਤ ਕੀਤੀ ਹੈ ਔਰ ਉਸ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਪੂਰੇ ਦੇਸ਼ ਦੇ ਲਈ ਮਾਣ ਵਾਲੀ ਗੱਲ ਇਸ ਕਰਕੇ ਵੀ ਹੈ ਕਿਉਂਕਿ G20 ਸਮਿਟ ਦੀ ਮੇਜ਼ਬਾਨੀ ਦਾ ਭਾਰਤ ਨੂੰ ਮੌਕਾ ਮਿਲਿਆ ਔਰ ਇੱਕ ਅਜਿਹਾ ਮੌਕਾ ਹੈ ਜਿਸ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ। 에ਅਰਪੋਰਟ ਦੇ ਉੱਤੇ ਉਹ ਤਸਵੀਰਾਂ ਵੀ ਤੁਹਾਨੂੰ ਅੱਗੇ ਦਿਖਾਵਾਂਗੇ। 에ਅਰਪੋਰਟ ਦੇ ਉੱਤੇ ਕੇਂਦਰੀ ਮੰਤਰੀ ਵੀਕੇ ਸਿੰਘ ਵੈਲਕਮ ਕਰਨ ਦੇ ਲਈ ਪਹੁੰਚੇ ਹੋਏ ਸਨ ਜੋ ਬਾਈਡਨ ਦਾ। ਤਾਂ ਉਸ ਤੋਂ ਬਾਅਦ ਸਿੱਧਾ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਤੇ ਜੋ ਬਾਈਡਨ ਪਹੁੰਚਦੇ ਨੇ ਤੇ ਉੱਥੇ ਵੀ ਮੁਲਾਕਾਤ ਬੇहद ਗਰਮਜੋਸ਼ੀ ਦੇ ਵਿੱਚ ਹੋਈ ਹੈ। ਬਾਹਰ ਰਿਸੀਵ ਕਰਨ ਦੇ ਲਈ ਜੋ ਬਾਈਡਨ ਨੂੰ ਪ੍ਰਧਾਨ ਮੰਤਰੀ ਬਾਹਰ ਆਏ, ਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਤੇ ਉਸ ਤੋਂ ਬਾਅਦ ਦੋਵੇਂ ਆਗੂਆਂ ਦੇ ਵਿਚਾਲੇ ਬਾਇਲੇਟਰਲ ਜਿਸ ਨੂੰ ਗੱਲਬਾਤ ਕਿਹਾ ਜਾਂਦਾ ਦਵੱਲੀ ਗੱਲਬਾਤ ਉਹ ਵੀ ਹੋਈ। ਦਿੱਲੀ ਪਹੁੰਚੇ ਹੋਏ ਨੇ G20 ਸਮਿਟ ਦੇ ਮੁਤਲਕ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ।
ਬਾਈਡਨ ਦਾ ਵਿਸ਼ੇਸ਼ ਜਹਾਜ਼ ਦਿੱਲੀ ਦੇ ਪਾਲਮ 에ਅਰਪੋਰਟ ਦੇ ਉੱਤੇ ਲੈਂਡ ਹੋਇਆ। ਇੱਥੇ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਉਹਨਾਂ ਦਾ ਵੈਲਕਮ ਕੀਤਾ। ਬਾਈਡਨ ਇਸ ਤੋਂ ਬਾਅਦ ਭਾਰਤ ਦੇ ਵਿੱਚ ਅਮਰੀਕੀ ਐਮਬੈਸਡਰ ਐਰਿਕ ਗਾਰਸੇਟੀ ਅਤੇ ਉਹਨਾਂ ਦੀ ਬੇਟੀ ਦੇ ਨਾਲ ਵੀ ਮਿਲੇ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਤੇ ਪ੍ਰਧਾਨ ਮੰਤਰੀ ਨਾਲ ਦਵੱਲੀ ਗੱਲਬਾਤ ਦੇ ਲਈ ਪਹੁੰਚੇ। ਬਾਈਡਨ ਭਾਰਤ ਆਉਣ ਵਾਲੇ ਅਮਰੀਕਾ ਦੇ 8ਵੇਂ ਰਾਸ਼ਟਰਪਤੀ ਨੇ। ਖਾਸ ਗੱਲ ਇਹ ਹੈ ਕਿ ਭਾਰਤ ਦੀ ਆਜ਼ਾਦੀ ਦੇ ਸ਼ੁਰੂਆਤੀ 50 ਸਾਲ ਦੇ ਵਿੱਚ ਸਿਰਫ 3 ਅਮਰੀਕੀ ਰਾਸ਼ਟਰਪਤੀ ਹੀ ਭਾਰਤ ਦੌਰੇ ਦੇ ਉੱਤੇ ਆਏ ਸੀ। ਉੱਥੇ ਹੀ ਪਿਛਲੇ 23 ਸਾਲਾਂ ਦੇ ਵਿੱਚ ਇਹ ਕਿਸੇ ਅਮਰੀਕੀ ਰਾਸ਼ਟਰਪਤੀ ਦਾ 6ਵਾਂ ਦੌਰਾ ਹੈ। ਤਾਂ ਅਮਰੀਕਾ ਦੇ ਰਾਸ਼ਟਰਪਤੀ ਪਹੁੰਚੇ ਹੋਏ ਨੇ ਭਾਰਤ, ਔਰ ਕਾਬਿਲੇ ਗੌਰ ਇਹ ਵੀ ਹੈ ਕਿ ਦੁਨੀਆ ਦੀ ਨਜ਼ਰਾਂ ਇਸ ਕਰਕੇ ਵੀ ਨੇ ਕਿਉਂਕਿ ਇੱਕ ਪਾਸੇ ਰੂਸ ਤੇ ਯੂਕਰੇਨ ਦੇ ਵਿਚਾਲੇ ਜੰਗ ਹੈ ਤੇ ਤਲਕ ਟਿੱਪਣੀਆਂ ਰੂਸ ਦੇ ਵੱਲੋਂ, ਅਮਰੀਕਾ ਦੇ ਵੱਲੋਂ, ਚੀਨ ਦੇ ਵੱਲੋਂ ਪੂਰੀ ਦੁਨੀਆ ਇਸ ਸਮੇਂ ਸੁਣ ਰਹੀ ਹੈ। ਔਰ ਇਸ ਸਭ ਦੇ ਵਿਚਾਲੇ G20 ਸਮਿਟ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੇ ਪਹੁੰਚਣ ਦੇ ਨਾਲ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਅਮਰੀਕੀ ਰਾਸ਼ਟਰਪਤੀ ਦੇ ਦੌਰੇ ਦੇ ਨਾਲ ਹੀ ਜੁੜਿਆ ਹੋਇਆ ਹੈ। ਸਵਾਲ ਕਿ ਭਾਰਤ ਆਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਕੌਣ ਸੀ? ਏ ਰਿਚਰਡ ਨਿਕਸਨ, बी ड्वाइट आइजनहावर, या सी जिमी कार्टर, या ऑप्शन डी बिल क्लिंटन। सही जवाब की है थोड़ी देर ਦੇ प्रोग्राम के दौरान ही ਤੁਹਾਡੇ ਸਾਹਮਣੇ ਰੱਖਾਂਗੇ पूरी जानकारी ਦੇ ਨਾਲ ਕਿ ਅਮਰੀਕਾ ਦੇ ਰਾਸ਼ਟਰਪਤੀ ਕਿਹੜੇ-ਕਿਹੜੇ ਭਾਰਤ ਆਏ ਨੇ ਔਰ ਸਭ ਤੋਂ ਪਹਿਲੀ ਵਾਰ ਭਾਰਤ ਕਿਹੜੇ ਅਮਰੀਕਾ ਦੇ ਰਾਸ਼ਟਰਪਤੀ ਪਹੁੰਚੇ ਸੀ, ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ। उधर अमेरिकी राष्ट्रपति जो बाइडन तो बाद कैनेडा के प्रधानमंत्री जस्टिन ट्रूडो भी दिल्ली पहुंच चुके हैं, जिथे भारतीय अधिकारियों ने उन्होंने शानदार स्वागत किया। जस्टिन ट्रूडो के नाल उन्होंने बड़े बेटे जेवियर भी भारत आए हैं। G20 सम्मेलन के लिए शामिल होने के लिए वख-वख देशों के मुखी भारत पहुंच रहे हैं तो उन्होंने वेलकम इस तरीके नाल भरवां स्वागत हर पासे किया जा रहा है। भारतीय अधिकारियों ने स्वागत किया। जस्टिन ट्रूडो कैनेडा के प्रधानमंत्री वो भी पहुंचे हुए हैं G20 सम्मेलन के लिए भारत। यूके के प्रधानमंत्री भी, ब्रिटेन के प्रधानमंत्री भी इंडिया पहुंचे हुए हैं। G20 समिट के लिए ब्रिटेन के प्रधानमंत्री ऋषि सुनक अपनी पत्नी अक्षता मूर्ति के नाल दिल्ली पहुंचे हुए। ऋषि सुनक ਨੂੰ ਕੇਂਦਰੀ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਰਿਸੀਵ ਕੀਤਾ। ਪ੍ਰਧਾਨਮੰਤਰੀ ਬਣਨ ਤੋਂ ਬਾਅਦ ਸੁਨਕ ਪਹਿਲੀ ਵਾਰ ਭਾਰਤ ਆਏ ਨੇ। ਦਿੱਲੀ ਪਹੁੰਚਣ ਤੋਂ ਬਾਅਦ ਬ੍ਰਿਟਿਸ਼ ਪੀਐਮ ਨੇ ਕਿਹਾ ਕਿ G20 ਭਾਰਤ ਦੇ ਲਈ ਬਹੁਤ ਵੱਡੀ ਕਾਮਯਾਬੀ ਹੈ। ਸਹੀ ਸਮੇਂ ਦੇ ਉੱਤੇ ਸਹੀ ਦੇਸ਼ ਇਸ ਮੈਗਾ ਇਵੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। Outcome of G20? No, I think there'll be many things that we'll be discussing here at the G20 under India's leadership. ਖਾਲਿਸਤਾਨ ਦੇ ਮੁੱਦੇ ਉੱਤੇ ਰਿਸ਼ੀ ਸੁਨਕ ਨੇ ਸਾਫ਼ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਹਿਸ਼ਤਵਾਦ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਨਗੇ। We are working very closely with the Indian government to particularly tackle PKE, pro-Khalistan extremism. I don't think it's right. Our security minister recently was just in India talking to his counterparts. We have working groups together to share intelligence and information so that we can root out this kind of violent extremism. It's not right and I won't tolerate it in the UK. ਰਿਸ਼ੀ ਸੁਨਕ ਤੋਂ ਹਿੰਦੂ ਧਰਮ ਦੇ ਉੱਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਹਿੰਦੂ ਹੋਣ ਦੇ ਉੱਤੇ ਮਾਣ ਹੈ। ਵਿਦੇਸ਼ੀ ਐਮਬੈਸੀਆਂ ਦੇ ਬਾਹਰ ਜਿਸ ਤਰੀਕੇ ਨਾਲ ਖਾਲਿਸਤਾਨੀ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਸੀ ਉਸ ਤੋਂ ਬਾਅਦ ਇਹ ਸਟੇਟਮੈਂਟ ਬ੍ਰਿਟਨ ਦੇ ਪ੍ਰਧਾਨ ਮੰਤਰੀ ਦੀ ਬੇहद ਅਹਿਮ ਹੋ ਜਾਂਦੀ ਹੈ। ਖੈਰ ਜਦੋਂ ਭਾਰਤ ਪਹੁੰਚਦੇ ਹੀ ਬ੍ਰਿਟਨ ਦੇ ਪ੍ਰਧਾਨ ਮੰਤਰੀ ਖਾਲਿਸਤਾਨੀਆਂ ਨੂੰ ਖਰੀਆਂ ਸੁਣਾਉਣ ਫਿਰ ਫਰਕ ਤਾਂ ਪੈਂਦਾ ਕਿ G20 ਦੀ ਮੇਜ਼ਬਾਨੀ ਪੂਰਾ ਦੇਸ਼ ਕਰ ਰਿਹਾ ਤੇ G20 ਦੇ ਲਈ ਦਿੱਲੀ ਵਿਦੇਸ਼ੀ ਮਹਿਮਾਨਾਂ ਦੇ ਪਹੁੰਚਣ ਦਾ ਲਗਾਤਾਰ ਸਿਲਸਿਲਾ ਜਾਰੀ ਹੈ। ਕੁਝ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਟੀਵੀ ਸਕਰੀਨ ਦੇ ਉੱਤੇ 5 ਤਸਵੀਰਾਂ ਜਿਹੜੇ ਮਹਿਮਾਨ ਪਹੁੰਚ ਰਹੇ ਨੇ ਔਰ ਪਹਿਲੀ ਤਸਵੀਰ ਦੇ ਵਿੱਚ ਜੋ ਬਾਈਡਨ ਜੋ ਖੂਬ ਚਰਚਾ ਦੇ ਵਿੱਚ ਇਸ ਸਮੇਂ ਹੈਗੇ ਨੇ ਅਮਰੀਕਾ ਦੇ ਰਾਸ਼ਟਰਪਤੀ ਪਹੁੰਚੇ ਹੋਏ ਨੇ। ਦੂਜੀ ਤਸਵੀਰ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਦੇ, ਉੱਥੇ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਬ੍ਰਿਟਨ ਦੇ, ਸ਼ੇਖ ਹਸੀਨਾ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਔਰ ਐਂਟਨੀ ਐਲਬਨੇਸ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਹੋਏ ਨੇ ਭਾਰਤ G20 ਦੇ ਵਿੱਚ ਸ਼ਾਮਲ ਹੁੰਦੇ ਨੇ। ਖੈਰ ਜਦੋਂ ਇੱਕ ਵੱਡਾ ਇਵੈਂਟ ਦੇਸ਼ ਦੇ ਵਿੱਚ ਹੋ ਰਿਹਾ ਹੋਵੇ G20 ਸਮਿਟ ਔਰ ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕਾਂ ਦੇ ਮੁਖੀ ਭਾਰਤ ਦੀ ਜ਼ਮੀਨ ਦੇ ਉੱਤੇ ਆਉਣ, ਭਾਰਤ ਦੇ ਇੱਕ ਸੱਦੇ ਦੇ ਉੱਤੇ ਫਿਰ ਫਰਕ ਤਾਂ ਪੈਂਦਾ। ਉਧਰ ਇੰਡੀਆ ਗਠਜੋੜ ਨੂੰ ਲੈ ਕੇ ਸਾਬਕਾ ਕਾਂਗਰਸੀ ਆਗੂ, ਸਾਬਕਾ ਕਾਂਗਰਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਟਵੀਟ ਇੱਕ ਸਾਹਮਣੇ
ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਬਿਆਨ ਆਇਆ। ਸਿੱਧੂ ਦੀ ਮੰਨੀਏ ਤਾਂ ਪਾਰਟੀ ਆਲਾ ਕਮਾਨ ਦੇਸ਼ ਹਿੱਤ ਦੇ ਵਿੱਚ ਫੈਸਲਾ ਕਰੇਗੀ, ਸਿਪਾਹੀ ਆਪਣੇ ਜਰਨੈਲ ਤੋਂ ਸਵਾਲ ਨਹੀਂ ਕਰਦੇ। कोई कुछ भी करिए पर वो जो राष्ट्र हित च होगा जी जो अखंड भारत दे ਲਈ ਹੋਊਗਾ ਜੀ ਜੋ ਜੁੜੇ ਹੋਏ ਭਾਰਤ ਦੇ ਲਈ ਹੋਊਗਾ, ਜੋੜਨ ਵਾਲੇ ਨੂੰ ਮਾਨ ਤੋੜਨ ਵਾਲੇ ਨੂੰ ਅਪਮਾਨ, ਉਸੇ ਹਿੱਤ ਦੇ ਵਿੱਚ ਹਾਈ ਕਮਾਂਡ ਫੈਸਲਾ ਲਏਗੀ ਔਰ ਸਿਪਾਹੀ ਜਰਨੈਲ ਨੂੰ ਸਵਾਲ ਨਹੀਂ ਕਰਦਾ। ਜੋ ਫੈਸਲਾ ਹੁੰਦਾ ਅਨੁਸ਼ਾਸਨ ਜੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਉਸ ਗੱਲ ਨੂੰ ਮੰਨਦਾ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਕਾਂਗਰਸ ਦਾ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਦਾ ਸਮਰਥਨ ਕਰ ਦਿੱਤਾ ਸੀ। ਸਿੱਧੂ ਨੇ ਇੰਡੀਆ ਗਠਜੋੜ ਦੇ ਉੱਤੇ ਟਵੀਟ ਕਰਕੇ ਕਿਹਾ ਸੀ ਕਿ ਆਲਾ ਕਮਾਨ ਜੋ ਵੀ ਫੈਸਲਾ ਕਰੇਗਾ ਉਸ ਨੂੰ ਮੰਨਿਆ ਜਾਣਾ ਚਾਹੀਦਾ ਹੈ ਅਤੇ ਸਵਾਰਥ ਦੀ ਸਿਆਸਤ ਨੂੰ ਛੱਡਣਾ ਹੋਵੇਗਾ। ਨਵਜੋਤ ਸਿੰਘ ਸਿੱਧੂ ਦੇ ਸਿਰ ਸਾਫ਼ ਤੌਰ ਦੇ ਉੱਤੇ ਇਸ ਸਮੇਂ ਨਜ਼ਰ ਆ ਰਹੇ ਨੇ ਕਿ ਉਹ ਕਾਂਗਰਸ ਹਾਈ ਕਮਾਨ ਦੇ ਫੈਸਲੇ ਨੂੰ ਮੰਨਣਗੇ ਤੇ ਜੇਕਰ ਫੈਸਲਾ ਪੰਜਾਬ ਦੇ ਵਿੱਚ ਸੀਟ ਸ਼ੇਅਰਿੰਗ ਦਾ ਹੋਇਆ ਤਾਂ ਵੀ ਲੱਗ ਰਿਹਾ ਕਿ ਸਿੱਧੂ ਉਸ ਦੇ ਉੱਤੇ ਹਾਮੀ ਭਰਨਗੇ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਤਾਲ ਦੇ ਉੱਤੇ ਗਏ ਪਟਵਾਰੀਆਂ ਨੂੰ ਦੋ ਟੁਕ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ। ਇਹ ਸਾਰੇ ਪਟਵਾਰੀ ਕੁੱਲ 1 ਲੱਖ ਉਮੀਦਵਾਰਾਂ ਦੇ ਵਿੱਚੋਂ ਚੁਣੇ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵੇਂ ਚੁਣੇ ਗਏ ਪਟਵਾਰੀਆਂ ਨੂੰ ਪੰਜਾਬ ਸਰਕਾਰ ਦਾ ਹਿੱਸਾ ਬਣਨ ਦੇ ਉੱਤੇ ਮੁਬਾਰਕਬਾਦ ਦਿੱਤੀ। ਹਰੇਕ ਸਾਲ ਜਿੰਨੇ ਭਰਤੀ ਕਰਨੇ ਹੋਣਗੇ ਉਹਦਾ ਪਹਿਲੇ ਅਨਾਉਂਸ ਕਰਾਂਗੇ ਕਿ ਅਗਲੇ ਸਾਲ ਇੰਨੇ ਪਟਵਾਰੀ ਭਰਤੀ ਕਰਨੇ ਤਾਂ ਕਿ ਤੁਸੀਂ ਤਿਆਰੀ ਕਰ ਸਕੋ। ਐਦਾਂ ਪੁਲਿਸ ਦੇ ਵਿੱਚ ਹੈ, ਅਸੀਂ ਪਹਿਲਾਂ ਪੁਲਿਸ ਦਾ ਦੱਸਤਾ ਤਾਂ ਕਿ ਫਿਜ਼ੀਕਲੀ ਟੈਸਟ ਵਾਸਤੇ ਤਿਆਰੀ ਕਰ ਸਕੋ। ਉਥੇ ਹੜਤਾਲ ਦੀ ਗੱਲ ਕਹਿਣ ਵਾਲੇ ਪਟਵਾਰੀਆਂ ਨੂੰ ਸੀਐਮ ਨੇ ਦੋ ਟੁਕ ਸ਼ਬਦਾਂ ਦੇ ਵਿੱਚ ਨਸੀਹਤ ਦਿੱਤੀ ਅਤੇ ਕਿਹਾ ਕਿ ਤੁਸੀਂ ਕਲਮ ਚਲਾਉਂਦੇ ਰਹੋ, ਅਸੀਂ ਭੱਤਾ ਵਧਾਉਂਦੇ ਰਹਾਂਗੇ, ਪਰ ਜੇਕਰ ਕਲਮ ਛੱਡੀ ਤਾਂ ਸਵਾਰੀ ਖੁਦ ਆਪਣੇ ਸਮਾਨ ਦੀ ਜ਼ਿੰਮੇਵਾਰ ਹੋਵੇਗੀ। ਤੁਸੀਂ ਕਲਮ ਜਿੰਨੀ ਯੂਜ਼ ਕਰੋਗੇ ਪੱਤੇ ਉਨੇ ਹੀ ਵਧਣਗੇ, ਜਿੰਨੀਆਂ ਕਲਮ ਛੋੜ ਦੀਆਂ ਧਮਕੀ ਦਿਓਗੇ ਫਿਰ ਮੈਂ ਜ਼ਿੰਮੇਵਾਰ ਹੈਗਾ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਫਿਰ ਇਸ ਤੋਂ ਇਲਾਵਾ ਸੀਐਮ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਹੁਣ ਪਟਵਾਰੀਆਂ ਨੂੰ ਟ੍ਰੇਨਿੰਗ ਦੇ ਦੌਰਾਨ 5000 ਰੁਪਏ ਦੀ ਬਜਾਏ 18000 ਰੁਪਏ ਹਰ ਮਹੀਨੇ ਭੱਤਾ ਦੇਵੇਗੀ। ਤਾਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ, ਪਰ ਕੀ ਇਹ ਨਿਯੁਕਤੀ ਪੱਤਰ ਤੋਂ ਬਾਅਦ ਇਹ ਪੂਰਾ ਮਾਮਲਾ ਸੁਲਝ ਜਾਏਗਾ ਜਾਂ ਨਹੀਂ, ਉਸ ਦੇ ਉੱਤੇ ਵੀ ਸਭ ਦੀ ਨਜ਼ਰ ਜ਼ਰੂਰ ਹੈ। ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜਨ ਸੰਵਾਦ ਪ੍ਰੋਗਰਾਮ ਦੇ ਵਿੱਚ ਇੱਕ ਮਹਿਲਾ ਨੂੰ ਦਿੱਤਾ ਗਿਆ ਜਵਾਬ ਖੂਬ ਸੁਰਖੀਆਂ ਦੇ ਵਿੱਚ। ਦਰਅਸਲ ਪ੍ਰੋਗਰਾਮ ਦੇ ਦੌਰਾਨ ਇੱਕ ਮਹਿਲਾ ਨੇ ਸੀਐਮ ਨੂੰ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ, ਮੇਰੀ ਤਾਂ ਇਹੋ ਮੰਗ ਹੈ ਕਿ ਇੱਥੇ ਇੱਕ ਫੈਕਟਰੀ ਲਗਾਉਣ ਦੀ ਖੇਚਲ ਕਰੋ ਤਾਂ ਕਿ ਸਾਡੀਆਂ ਮਹਿਲਾਵਾਂ ਕੰਮ ਕਰ ਸਕਣ, ਸਾਨੂੰ ਰੋਜ਼ਗਾਰ ਮਿਲ ਜਾਵੇ। ਇਸ ਦੇ ਜਵਾਬ ਦੇ ਵਿੱਚ ਸੀਐਮ ਮਨੋਹਰ ਲਾਲ ਨੇ ਕਿਹਾ ਕਿ ਅਗਲੀ ਵਾਰ ਚੰਨ ਦੇ ਮਿਸ਼ਨ ਦੇ ਉੱਤੇ ਜਦੋਂ ਚੰਦਰਯਾਨ 4 ਜਾਏਗਾ ਤਾਂ ਤੁਹਾਨੂੰ ਸਾਰਿਆਂ ਨੂੰ ਉਸ ਦੇ ਵਿੱਚ ਭੇਜ ਦੇਵਾਂਗੇ। सभी करेंगे सर, माननीय मंत्री साहब। मैं तो यही मांग है कि आप भटोल में फैक्ट्री लगाने की कोशिश करें ताकि हमारी महिलाएं काम करें। अगली बार एक काम के ऊपर एक और जो जाएगा ना वो चंद्रयान 4 उसमें हो जाएगा। ਸੀਐਮ ਦੀ ਇਸ ਗੱਲ ਦੇ ਉੱਤੇ ਸਾਰੇ ਲੋਕ ਹੱਸਣ ਲੱਗ ਪਏ। ਇਸ ਤੋਂ ਬਾਅਦ ਸੀਐਮ ਨੇ ਮਹਿਲਾ ਨੂੰ ਹੇਠਾਂ ਬਿਠਾ ਦਿੱਤਾ। ਉਸ ਵੇਲੇ ਤਾਂ ਮੁੱਖ ਮੰਤਰੀ ਦੇ ਇਸ ਬਿਆਨ ਦੇ ਉੱਤੇ ਕਿਸੇ ਨੇ ਕੁਝ ਨਹੀਂ ਕਿਹਾ, ਪਰ ਹੁਣ ਇਹ ਬਿਆਨ ਸੁਰਖੀਆਂ ਦੇ ਵਿੱਚ ਜ਼ਰੂਰ ਹੈ। ਖੈਰ ਮਜ਼ਾਕੀਆ ਅੰਦਾਜ਼ ਦੇ ਵਿੱਚ ਹੋ ਸਕਦਾ ਕਿ ਕਿਹਾ ਗਿਆ ਹੋਵੇ ਬਿਆਨ, ਪਰ ਦੂਜੇ ਪਾਸੇ ਸਿਆਸਤ ਭਖੀ ਹੋਈ ਹੈ। ਕਰਨਾਲ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੇ ਬਿਆਨ ਦੇ ਵਿਰੋਧ ਦੇ ਵਿੱਚ ਯੂਥ ਕਾਂਗਰਸ ਨੇ ਮੋਰਚਾ ਖੋਲ੍ਹ ਦਿੱਤਾ। ਯੂਥ ਕਾਂਗਰਸ ਦੇ ਵਰਕਰ ਹੱਥ ਦੇ ਵਿੱਚ ਚੰਦਰਯਾਨ 4 ਦਾ ਪੋਸਟਰ ਲੈ ਕੇ ਕਰਨਾਲ ਦੇ ਸੀਐਮ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਲਈ ਨਿਕਲ ਪਏ। ਹਾਲਾਂਕਿ ਪੁਲਿਸ ਨੇ ਬੈਰੀਕੇਡਸ ਲਗਾ ਕੇ ਕਾਂਗਰਸ ਦੇ ਵਰਕਰਾਂ ਨੂੰ ਰੋਕ ਦਿੱਤਾ। जिस महिला ने भरी पंचायत में एक मांग रखी कि उनके गांव में एक फैक्ट्री लगाई जाए, लेकिन उसकी बात का जवाब देने की बजाय मुख्यमंत्री ने कहा कि अगली बार चंद्रयान 4 जब बनेगा तो आपको उसके अंदर बैठाकर चांद पर भेजा जाएगा। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੇ ਬਿਆਨ ਨੂੰ ਲੈ ਕੇ ਚਤਰਫਾ ਕਿਰਦੇ ਨਜ਼ਰ ਆ ਰਹੇ ਨੇ ਅਤੇ ਕਾਂਗਰਸ ਨੂੰ ਜਿਵੇਂ ਬੈਠੇ ਬਿਠਾਏ ਮੁੱਦਾ ਮਿਲ ਗਿਆ ਹੈ। ਖੈਰ ਬੀਜੇਪੀ ਇਸ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਜਾਂ ਕਹਿੰਦੀ ਹੈ ਉਹ ਦੇਖਣਾ ਹੋਵੇਗਾ। ਹਾਲਾਂਕਿ ਇਹ ਜ਼ਰੂਰ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਗਿਆ ਬਿਆਨ ਬੀਜੇਪੀ ਦਾ ਤਰਕ ਹੋ ਸਕਦਾ ਹੈ, ਪਰ ਕਾਂਗਰਸ ਦੇ ਪ੍ਰਦਰਸ਼ਨ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਅਹੁਦੇ ਦੇ ਉੱਤੇ ਬੈਠਾ ਜਦੋਂ ਸ਼ਖਸ ਕੋਈ ਬਿਆਨ ਦਿੰਦਾ ਹੈ ਫਿਰ ਉਸ ਦੇ ਨਾਲ ਫਰਕ ਤਾਂ ਜ਼ਰੂਰ ਪੈਂਦਾ ਹੈ। ਉਧਰ ਪੰਜਾਬ ਦੇ ਵਿੱਚ ਵਿਕਣ ਵਾਲੇ ਨਸ਼ੇ ਦਾ ਮਾਮਲਾ ਹੁਣ ਰਾਜ ਭਵਨ ਤੱਕ ਵੀ ਪਹੁੰਚ ਗਿਆ। ਦਰਅਸਲ ਲੁਧਿਆਣਾ ਦੇ ਇੱਕ ਨੌਜਵਾਨ ਅਭਿਸ਼ੇਕ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਰਾਜ ਭਵਨ ਦੇ ਸਾਹਮਣੇ ਧਰਨਾ ਲਗਾਇਆ, ਜਿਸ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਚੁਣੇ ਗਏ ਮੰਤਰੀ ਅਤੇ ਵਿਧਾਇਕ
ਕਿਸੇ ਦੇ ਨਾਲ ਗੱਲ ਨਹੀਂ ਕਰਦੇ, ਇਸ ਕਾਰਨ ਉਸ ਨੂੰ ਰਾਜ ਭਵਨ ਦੇ ਸਾਹਮਣੇ ਵਿਰੋਧ ਕਰਨਾ ਪੈ ਰਿਹਾ ਹੈ। ਅਸੀਂ ਬੇਰੁਜ਼ਗਾਰੀ ਤੇ ਗੱਲ ਕਰਨ ਆਏ ਆ, ਅਸੀਂ ਆਪਣੇ ਮਾਂ ਬੋਲੀ ਤੇ ਗੱਲ ਕਰਨ ਆਏ ਆ, ਅਸੀਂ ਜਿਹੜਾ ਗੈਂਗਸਟਰ ਕਲਚਰ ਜਿਹੜਾ ਪੰਜਾਬ ਦੇ ਵਿੱਚ ਪੂਰਾ ਹਾਵੀ ਹੋ ਚੁੱਕਾ ਹੈ ਉਸ ਬਾਰੇ ਗੱਲ ਕਰਨ ਆਏ ਆ। ਅਭਿਸ਼ੇਕ ਦਾ ਇਲਜ਼ਾਮ ਹੈ ਕਿ ਉਸਨੇ ਬੇਰੁਜ਼ਗਾਰੀ ਅਤੇ ਨਸ਼ਾ ਤਸਕਰੀ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਕੋਲ ਕਈ RTIs ਲਗਾਈਆਂ ਹੋਈਆਂ ਨੇ, ਪਰ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਕੋਸ਼ਿਸ਼ ਕਰਦੇ ਆ ਸਰਕਾਰ ਨਾਲ ਗੱਲ ਕਰਨ ਦੀ, ਅਸੀਂ ਮੇਲ ਵੀ ਪਾਉਂਦੇ ਆ, ਅਸੀਂ RTIs ਵੀ ਪਾ ਰਹੇ ਆ, ਅਸੀਂ ਲੈਟਰਸ ਵੀ ਲਿਖੇ ਆ CMO ਪੰਜਾਬ ਨੂੰ, ਪਰ ਸਾਨੂੰ ਉਸ ਚੀਜ਼ ਦਾ ਕੋਈ ਰਿਪਲਾਈ ਨਾ ਕੋਈ ਫਾਇਦਾ ਮਿਲਿਆ। ਹਾਲਾਂਕਿ ਜਦੋਂ ਇਹ ਨੌਜਵਾਨ ਗਵਰਨਰ ਹਾਊਸ ਦੇ ਬਾਹਰ ਆਪਣਾ ਵਿਰੋਧ ਜਤਾਉਣ ਲੱਗਿਆ ਤਾਂ ਸਿਕਿਉਰਿਟੀ ਗਾਰਡ ਉਸ ਨੂੰ ਚੁੱਕ ਕੇ ਲੈ ਗਏ। ਅਗਲੀ ਖਬਰ ਤੇ ਰੁਕ ਕਰਦੇ ਹਾਂ। ਪੰਜਾਬ ਪੁਲਿਸ ਦੀ AGTF ਯਾਨੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਦਹਿਸ਼ਤਗਰਦ ਹਰਵਿੰਦਰ ਸਿੰਘ ਰਿੰਦਾ ਦੇ ਕਰੀਬੀ ਗੈਂਗਸਟਰਸ ਨੂੰ ਕਾਬੂ ਕੀਤਾ। AGTF ਨੇ ਇੱਕ ਨੂੰ ਨੇਪਾਲ ਦੀ ਸਰਹੱਦ ਦੇ ਕੋਲੋਂ ਫੜਿਆ ਤੇ ਦੋ ਦੀ ਗ੍ਰਿਫਤਾਰੀ ਗੁਰੂਗ੍ਰਾਮ ਤੋਂ ਹੋਈ। ਤਿੰਨੋਂ ਮੁਲਜ਼ਮਾਂ ਨੂੰ AGTF ਦੀ ਟੀਮ ਫਲਾਈਟ ਦੇ ਜ਼ਰੀਏ ਚੰਡੀਗੜ੍ਹ ਲੈ ਕੇ ਪਹੁੰਚੀ। ਇਹ ਸੋਨੂ ਖੱਤਰੀ ਇੱਥੇ ਦੱਸਣਾ ਬੜਾ ਹੈਗਾ ਜ਼ਰੂਰੀ ਹੈਗਾ ਕਿ ਇਹ ਸੋਨੂ ਖੱਤਰੀ ਹੈਗਾ, ਇਹ ਟੈਰਰਿਸਟ ਰਿੰਡੇ ਦਾ ਬਹੁਤ ਕਰੀਬੀ ਦਾ ਜਿਹੜਾ ਹੈਗਾ ਐਸੋਸੀਏਟ ਹੈਗਾ ਅਤੇ ਇਹ ਰਲ ਕੇ ਦੋਨੋਂ ਰਲ ਕੇ ਕ੍ਰਾਸ ਬਾਰਡਰ ਆਪਣਾ ਵੈਪਨਸ ਅਤੇ ਡਰੱਗ ਦਾ ਦੇ ਵਿੱਚ ਕਾਫੀ ਇਹਨਾਂ ਦੀ ਇਨਵੋਲਵਮੈਂਟ ਹੈਗੀ ਹੈ। ਇਹ ਤਿੰਨੋਂ ਗੈਂਗਸਟਰ ਸੋਨੂ ਖੱਤਰੀ ਦੇ ਇਸ਼ਾਰੇ ਦੇ ਉੱਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਸੋਨੂ ਖੱਤਰੀ ਹਰਵਿੰਦਰ ਸਿੰਘ ਰਿੰਦਾ ਦਾ ਖਾਸ ਗੁਰਗਾ ਹੈ। ਅੱਜ ਹੀ ਗ੍ਰਿਫਤਾਰ ਕੀਤਾ, ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਆਈ ਹੈ ਨਾ ਉਹਦੇ ਮੁਤਾਬਕ ਇਹ ਘੱਟੋ ਘੱਟ 5 ਕਤਲਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਹੈ, 7-8 ਇਰਾਦਾ ਕਤਲ ਦੇ ਕੇਸਾਂ ਦੇ ਵਿੱਚ ਇਹਨਾਂ ਦੀ ਹੈਗੀ ਹੈ ਤੇ ਕਾਫੀ ਕੇਸਾਂ ਆਰਮਜ਼ ਐਕਟ ਦੇ, ਕਾਰ ਜੈਕਿੰਗ ਦੇ ਅਤੇ ਐਕਸਟੋਰਸ਼ਨ ਦੇ ਕੇਸਾਂ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਹੈ ਸ਼ਮੂਲੀਅਤ ਸਾਹਮਣੇ ਆਈ। ਸ਼ੂਟਰਾਂ ਦੇ ਕਬਜ਼ੇ ਤੋਂ 3 ਵਿਦੇਸ਼ੀ ਪਿਸਟਲਾਂ ਵੀ ਬਰਾਮਦ ਕੀਤੀਆਂ ਗਈਆਂ। ਸ਼ੁਰੂਆਤੀ ਜਾਂਚ ਦੇ ਵਿੱਚ ਤਿੰਨਾਂ ਦੇ 6 ਤੋਂ 7 ਵੱਡੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਵੀ ਮਿਲੀ ਹੈ ਤੇ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਵੀ ਜ਼ਰੂਰ ਸੀ, ਹਾਲਾਂਕਿ ਇੱਕ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਵੀ ਸੀ। ਉਧਰ ਤਰਨਤਾਰਨ ਦੇ ਵਿੱਚ ਹਰਵਿੰਦਰ ਰਿੰਦਾ ਦੇ ਸੰਪਰਕ ਦੇ ਵਿੱਚ ਆਏ ਕੁਝ ਲੋਕਾਂ ਦੇ ਘਰ ਪੁਲਿਸ ਨੇ ਛਾਪਾ ਮਾਰਿਆ। 4 ਤੋਂ 5 ਲੋਕਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ। ਹੁਣ ਫਿਲਹਾਲ ਪੁਲਿਸ ਇਹਨਾਂ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਰਿੰਦਾ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸੰਪਰਕ ਦੇ ਵਿੱਚ ਸੀ। ਕੁਝ 4 ਤੋਂ 5 ਦੱਸਿਆ ਜਾ ਰਿਹਾ ਕਿ ਸ਼ੱਕੀ ਬੰਦਿਆਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ। ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਰਵਿੰਦਰ ਰਿੰਦਾ ਜਿਹੜਾ ਵਿਦੇਸ਼ 'ਚ ਬੈਠਾ ਦਹਿਸ਼ਤਗਰਦ ਹੈ ਉਹ ਕਿੰਨੀ ਦੇਰ ਨਾਲ ਉਹਦੇ ਨਾਲ ਸੰਪਰਕ ਵਿੱਚ ਸਨ ਔਰ ਕੀ ਗੱਲਬਾਤ ਹੁੰਦੀ ਸੀ। ਉਧਰ ਪੁਲਿਸ ਹਿਰਾਸਤ ਦੇ ਵਿੱਚ ਲਏ ਗਏ ਲੋਕਾਂ ਦੇ ਬਾਰੇ ਖੁੱਲ੍ਹ ਕੇ ਕੁਝ ਨਹੀਂ ਬੋਲ ਰਹੀ। ਹਾਂ, ਇਹਨਾਂ ਜ਼ਰੂਰ ਦੱਸਿਆ ਕਿ ਉਹਨਾਂ ਦੇ ਕੋਲ ਕੁਝ ਇਨਪੁਟ ਨੇ ਜਿਸ ਦੇ ਆਧਾਰ ਦੇ ਉੱਤੇ ਇਹਨਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਹਾਂਜੀ, ਅਸੀਂ ਇਹਨਾਂ ਨੂੰ ਨਾ ਜੀ ਸੈਗਰੀਗੇਟ ਕੀਤਾ ਹੋਇਆ, ਕੁਝ ਰਿਲੇਟਿਵਸ ਨੇ, ਕੁਝ ਐਸੋਸੀਏਟਸ ਨੇ, ਕੁਝ ਇਹਦੇ ਜਿਹੜੇ ਉਸ ਤਰ੍ਹਾਂ ਫੋਲੋਅਰਸ ਨੇ। ਅਸੀਂ ਉਹਨਾਂ ਦੇ ਰੇਡਸ ਕੀਤੇ ਨੇ ਕਾਫੀ, ਜਿਨ੍ਹਾਂ ਵਿੱਚੋਂ ਕੁਝ ਅਸੀਂ ਵੈਰੀਫਿਕੇਸ਼ਨ ਵਾਸਤੇ ਪੁਲਿਸ ਸਟੇਸ਼ਨਸ ਦੇ ਵਿੱਚ ਬੁਲਾਏ ਆ, ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ। ਰਿੰਦਾ ਇਸ ਸਮੇਂ ਵਿਦੇਸ਼ ਦੇ ਵਿੱਚ ਬੈਠਾ ਹੈ ਅਤੇ ਭਾਰਤ ਸਰਕਾਰ ਰਿੰਦਾ ਨੂੰ ਦਹਿਸ਼ਤਗਰਦ ਐਲਾਨ ਚੁੱਕੀ ਹੈ। ਤਾਂ ਰਿੰਦਾ ਦੇ ਖਿਲਾਫ ਐਕਸ਼ਨ ਲਗਾਤਾਰ ਜਾਰੀ ਹੈ। ਉਧਰ ਮੋਹਾਲੀ ਦੇ ਢਕੌਲੀ ਦੇ ਵਿੱਚ ਇੱਕ ਤੇਜ਼ ਰਫ਼ਤਾਰ ਗੱਡੀ ਨੇ ਇੱਕ ਮਹਿਲਾ ਨੂੰ ਦਰੜ ਦਿੱਤਾ। ਹਾਦਸੇ ਦੀਆਂ ਤਸਵੀਰਾਂ CCTV ਦੇ ਜ਼ਰੀਏ ਸਾਹਮਣੇ ਆਈਆਂ। CCTV ਦੇ ਵਿੱਚ ਦਿਖਾਈ ਦਿੰਦਾ ਹੈ ਕਿ ਮਹਿਲਾ ਸੜਕ ਕਿਨਾਰੇ ਜਾ ਰਹੀ ਹੁੰਦੀ ਹੈ ਕਿ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਸਕਾਰਪੀਓ ਆਉਂਦੀ ਹੈ ਤੇ ਮਹਿਲਾ ਨੂੰ ਟੱਕਰ ਮਾਰ ਦਿੰਦੀ ਹੈ ਅਤੇ ਨਾਲ ਹੀ ਸਾਈਡ 'ਚ ਖੜੀ ਜੀਪ ਦੇ ਨਾਲ ਵੀ ਟਕਰਾਉਂਦੀ ਹੈ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਮਹਿਲਾ ਕਾਫੀ ਦੂਰ ਜਾ ਕੇ ਡਿੱਗੀ, ਪਰ ਕਾਰ ਚਾਲਕ ਰੁਕਿਆ ਨਹੀਂ। ਘਟਨਾ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਮਹਿਲਾ ਦੇ ਕੋਲ ਆਉਂਦੇ ਨੇ। ਗੰਭੀਰ ਰੂਪ ਦੇ ਨਾਲ ਜ਼ਖਮੀ ਮਹਿਲਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਉਧਰ ਦੱਸਿਆ ਜਾ ਰਿਹਾ ਕਿ ਸਕਾਰਪੀਓ ਚਾਲਕ ਇੱਕ ਨਾਬਾਲਗ ਹੈ ਜੋ ਢਕੌਲੀ ਦੀ ਸ਼ਾਂਤੀ ਇਨਕਲੇਵ ਦੇ ਵਿੱਚ ਰਹਿੰਦਾ ਹੈ। ਤਾਂ ਤੇਜ਼ ਰਫ਼ਤਾਰ ਦਾ ਕਹਿਰ ਇਸ ਤਸਵੀਰਾਂ ਦੇ ਵਿੱਚ ਜ਼ਰੂਰ ਨਜ਼ਰ ਆਇਆ। ਉਧਰ ਧਰਮ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਮਾਤਾ ਜੀ ਦਾ ਦੇਹਾਂਤ। ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੀ ਮਾਤਾ ਦੇ ਅੰਤਿਮ ਦਰਸ਼ਨਾਂ ਦੇ ਲਈ ਅਮਰੀਕਾ ਤੋਂ ਸਮਾਣਾ ਪਹੁੰਚੇ। ਇੱਥੇ ਪਹੁੰਚਦੇ ਹੀ ਉਹਨਾਂ ਨੇ ਨਮ ਅੱਖਾਂ ਦੇ ਨਾਲ ਆਪਣੀ ਮਾਂ ਨੂੰ ਸ਼ਰਧਾਂਜਲੀ ਦਿੱਤੀ। ਹਰ ਇੱਕ ਦੀ ਸਾਂਝ ਆਪਣੀ ਮਾਂ ਨਾਲ ਬਹੁਤ ਹੁੰਦੀ ਹੈ, ਇਸੇ ਤਰ੍ਹਾਂ ਮੇਰਾ ਵੀ ਮੇਰੀ ਮਾਂ ਨਾਲ ਬਹੁਤ ਪਿਆਰ ਸੀ। ਸੋ ਉਹਨਾਂ ਨਾਲ ਮੈਂ ਗੱਲਬਾਤ ਕਰਦਾ ਰਹਿੰਦਾ ਸੀ, ਦੁੱਖ ਸੁੱਖ ਬੋਲਦਾ ਸੀ। ਸੋ ਸਾਰਿਆਂ ਨੂੰ ਦੁੱਖ ਹੈ, ਜਿਹੜੇ ਵੀ ਆ ਸਕਦੇ ਨੇ 9 ਤਰੀਕ ਨੂੰ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ। ਢੱਡਰੀਆਂ ਵਾਲੇ ਦੀ ਮਾਤਾ ਪਰਮਿੰਦਰ ਕੌਰ ਦਾ 66 ਸਾਲ ਦੀ ਉਮਰ ਦੇ ਵਿੱਚ ਬਿਮਾਰੀ ਦੀ ਵਜ੍ਹਾ ਦੇ ਨਾਲ ਦੇਹਾਂਤ ਹੋਇਆ ਹੈ। ਉਹ ਆਪਣੇ ਛੋਟੇ ਬੇਟੇ ਦੇ ਨਾਲ ਸਮਾਣਾ ਦੇ ਵਿੱਚ ਰਹਿੰਦੇ ਸਨ। ਢੱਡਰੀਆਂ ਵਾਲੇ ਦੇ ਮਾਤਾ ਜੀ ਦਾ ਅੰਤਿਮ ਸੰਸਕਾਰ
ਪਰਮੇਸ਼ਵਰ ਦੁਆਰ ਦੇ ਵਿੱਚ ਕੀਤਾ ਜਾਵੇਗਾ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਇਤਿਹਾਸ ਦੀ। 8 ਸਤੰਬਰ ਦਾ ਇਤਿਹਾਸ ਕੀ ਕੁਝ ਕਹਿੰਦਾ ਹੈ ਉਹ ਤੁਹਾਨੂੰ ਦੱਸਾਂਗੇ। ਇੰਟਰਨੈਸ਼ਨਲ ਲਿਟਰੇਸੀ ਡੇ ਹੈ 8 ਸਤੰਬਰ ਦੇ ਦਿਨ, ਯਾਨੀ ਕਿ ਵਿਸ਼ਵ ਸਾਖਰਤਾ ਦਿਵਸ। ਸਾਖਰਤਾ ਦਿਵਸ ਮਨਾਉਣ ਦੀ ਸ਼ੁਰੂਆਤ 1966 ਦੇ ਵਿੱਚ ਹੋਈ। ਪਹਿਲੀ ਵਾਰ ਇਸ ਸਾਲ 1966 ਦੇ ਵਿੱਚ ਲਿਟਰੇਸੀ ਡੇ ਮਨਾਇਆ ਗਿਆ। ਭਾਰਤ ਸਣੀ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਸਿੱਖਿਆ ਪਾਉਣਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ। ਅਜਿਹੇ ਚ ਦੇਸ਼ ਦੇ ਹਰ ਨਾਗਰਿਕ ਨੂੰ ਸਿੱਖਿਆ ਹਾਸਲ ਕਰਨ ਦੇ ਲਈ ਜਾਗਰੂਕ ਕਰਨਾ ਹੀ ਇੰਟਰਨੈਸ਼ਨਲ ਲਿਟਰੇਸੀ ਡੇ ਦਾ ਮੁੱਖ ਟੀਚਾ ਹੈ। ਭਾਰਤ ਦੇ ਵਿੱਚ ਇਸ ਦਿਸ਼ਾ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਸਰਵ ਸਿੱਖਿਆ ਅਭਿਆਨ ਵਰਗੇ ਕਈ ਜਿਹੜੇ ਅਭਿਆਨ ਨੇ ਕਈ ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਸਾਖਰਤਾ ਦੀ ਦਿਸ਼ਾ ਦੇ ਵਿੱਚ ਇਸ ਮੁਹਿੰਮ ਨੇ ਕਈ ਅਹਿਮ ਕਦਮ ਚੁੱਕੇ ਨੇ ਔਰ ਅਹਿਮ ਕਦਮ ਪੁੱਟੇ।